ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਵਿਚਾਰ ਅੱਗੇ ਤੋਰਦੇ ਹੋਇਆਂ ਸਾਡੀ ਲੜੀ ਪੁਰਾਣੀ ਜਿੱਥੋਂ ਤੱਕ ਅਸੀਂ ਪੁੱਜੇ ਸੀ ਕਿ ਗੁਰੂ ਸਾਹਿਬ ਮੋਦੀ ਖਾਨੇ ਵਿੱਚ ਨੌਕਰੀ ਕਰ ਰਹੇ ਹਨ। ਇੱਕ ਵਾਰ ਲੇਖਾ ਅਜੋਖਾ ਹੋ ਗਿਆ, ਸ਼ਿਕਾਇਤ ਉੱਤੇ 135 ਰੁਪਏ ਸਤਿਗੁਰਾਂ ਦੇ ਵੱਧ ਨਿਕਲੇ ਸਨ। ਕੁਝ ਸਮੇਂ ਬਾਅਦ ਫਿਰ ਚੁਗਲੀਆਂ ਨੇ ਚੁਗਲੀ ਮਾਰੀ ਤੇ ਨਵਾਬ ਫਿਰ ਇੱਕ ਵਾਰ ਹਿਸਾਬ ਕਿਤਾਬ ਕਰਨਾ ਚਾਹੁੰਦਾ ਹੈ। ਹੁਣ ਆਪਾਂ ਆਮ ਤੌਰ ਤੇ ਜੋ ਸਾਡੇ ਪ੍ਰਚਾਰਕ ਦੱਸਦੇ ਨੇ ਕਿ ਗ੍ਰੰਥ ਬਹੁਤ ਵੱਡਾ। ਹੁਣ ਇੱਕ ਗੱਲ ਨੂੰ 2-3 ਵਾਰ 4-5 ਵਾਰ ਕਰੀ ਜਾਓ ਤਾਂ ਗ੍ਰੰਥ ਵੱਡਾ ਹੋਣਾ ਹੀ ਆ। ਪਹਿਲਾਂ ਚੁਗਲੀ ਮਾਰੀ 135 ਰੁਪਏ ਵੱਧ ਨਿਕਲੇ, ਹੁਣ ਦੁਬਾਰਾ ਫਿਰ ਚੁਗਲੀ ਮਾਰੀ ਤਾਂ ਫਿਰ ਹਿਸਾਬ ਕਿਤਾਬ ਕਰਨ ਲਈ ਜੋ ਦੌਲਤ ਖਾਨ ਨੇ ਭਾਈ ਜੈ ਰਾਮ ਨੂੰ ਬੁਲਾਇਆ ਕਿ ਨਾਨਕ ਨੂੰ ਨਾਲ ਲੈ ਕੇ ਆਓ ਤੇ ਹਿਸਾਬ ਕਿਤਾਬ ਕਰਨਾ। ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ ਤੇ ਜੈ ਰਾਮ ਨਵਾਬ ਦੌਲਤ ਖਾਨ ਦੇ ਕੋਲ ਪਹੁੰਚਦੇ ਆ ਤੇ ਉਹ ਜਿਹੜੀ ਵਾਰਤਾਲਾਪ ਹੁੰਦੀ ਹੈ ਉਹ ਬੜੀ ਅਜੀਬੋ ਗਰੀਬ ਹੈ। ਕਈ ਵਾਰ ਤਾਂ ਕਹਾਣੀ ਸੁਣ ਕੇ ਹਾਸਾ ਵੀ ਆਉਂਦਾ ਹੈ ਕਿ ਪਹਿਲਾਂ ਇੱਕ ਵਾਰ ਹਿਸਾਬ ਕਿਤਾਬ ਦੌਲਤ ਖਾਨ ਲੈ ਚੁੱਕਾ, ਹੁਣ ਦੁਬਾਰਾ ਫਿਰ ਹਿਸਾਬ ਕਿਤਾਬ ਹੋਣ ਲੱਗਾ ਤੇ ਹੁਣ ਪੁੱਛ ਕੀ ਰਿਹਾ ਕਿ ਤੂੰ ਕੌਣ ਹੈ, ਤੇਰਾ ਨਾਮ ਕੀ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਉੱਥੇ ਪਹੁੰਚੇ ਦੌਲਤ ਖਾਨ ਕੋਲ, ਉਸਨੇ ਪੁੱਛਿਆ ਤੇਰਾ ਨਾਮ ਕੀ ਹੈ। ਇਹ ਸਵਾਲ ਕੁਛ ਅਜੀਬ ਨਹੀਂ ਲੱਗਦਾ? ਕੁਝ ਐਸਾ ਨਹੀਂ ਲੱਗਦਾ ਕਿ ਕਹਾਣੀਕਾਰ ਇਹ ਜਿਹੜਾ ਕਵੀ ਆ ਗੱਪਾਂ ਮਾਰ ਰਿਹਾ? ਪਹਿਲਾਂ ਜਦੋਂ ਨੌਕਰੀ ਤੇ ਰੱਖਿਆ ਉਦੋਂ ਨਾਂ ਨਹੀਂ ਪੁੱਛਿਆ ਹੋਏਗਾ, ਕੋਈ ਰਿਕਾਰਡ ਕੋਈ ਰਜਿਸਟਰਡ ਕੁਛ ਨਹੀਂ ਕੀਤਾ, ਐਵੇਂ ਨੌਕਰੀ ਦੇ ਦਿੱਤੀ। ਔਰ ਫਿਰ ਹਿਸਾਬ ਤਾਂ ਪਹਿਲਾਂ ਇੱਕ ਵਾਰ ਹੋ ਚੁੱਕਾ, ਉਦੋਂ ਨਾਂ ਨਹੀਂ ਜਾਣਦਾ ਸੀ। ਭਾਵ ਗੱਪਾਂ ਮਾਰਨੀਆਂ, ਗ੍ਰੰਥ ਨੂੰ ਵੱਡਾ ਕਰਨਾ, ਹੋਰ ਕੋਈ ਕਰਨੇ। ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਨਾਂ ਦੱਸਿਆ ਕਿ ਮੇਰਾ ਨਾਮ ਨਾਨਕ ਨਿਰੰਕਾਰੀ ਹੈ। ਜਦੋਂ ਇੰਨੀ ਗੱਲ ਹੋਈ ਤਾਂ ਨਵਾਬ ਨੇ ਪੁੱਛਿਆ ਕਿ ਇਹ ਵਿਆਹਿਆ ਹੋਇਆ? ਤਾਂ ਉਦੋਂ ਭਾਈ ਜੈ ਰਾਮ ਕਹਿੰਦੇ ਵਿਆਹਿਆ ਨਹੀਂ, ਇਸ ਦੀ ਸੰਗਾਈ ਹੋਈ ਆ, ਕੜਮਾਈ ਹੋਈ ਆ, ਸਾਹ ਲੈਟਰ ਆਉਣ ਵਾਲਾ ਹੀ ਹੈ ਤੇ ਵਿਆਹ ਕਰ ਦੇਣਾ। ਔਰ ਇਹ ਜਿਹੜਾ ਬੰਦਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਕਿ ਬਹੁਤ ਹੀ ਮੰਨ ਲਓ ਸਮਝਦਾਰ ਇਨਸਾਨ ਹੈ। ਤੇ ਅੱਗੋਂ ਦੌਲਤ ਖਾਨ ਕਹਿੰਦਾ ਹੈ ਮੈਨੂੰ ਪਤਾ ਸਿਫਤੀ ਬੰਦਾ ਹੈ, ਮੈਂ ਆਪ ਵੇਖਿਆ ਹੈ, ਪਰ ਸੱਚੀ ਗੱਲ ਤਾਂ ਤਦ ਹੀ ਹੋਵੇਗੀ ਜਦ ਵਹੁਟੀ ਵਿਆਹ ਕੇ ਘਰ ਆ ਜਾਵੇਗੀ। ਜਤੀ ਸਤੀ ਤਪਸਵੀ ਅਤੇ ਜਿੰਨੇ ਵੀ ਰਿਖੀ ਹਨ ਅਤੇ ਜਿਨ੍ਹਾਂ ਦੀ ਗਿਣਤੀ ਦਾ ਕੋਈ ਅੰਤ ਨਹੀਂ, ਇਹ ਸਾਰੇ ਹੀ ਜਦ ਇਸਤਰੀ ਦੇ ਦਰਸ਼ਨ ਕਰਕੇ ਉਸ ਦੇ ਜਾਲ ਵਿੱਚ ਫਸ ਜਾਂਦੇ ਹਨ ਤਾਂ ਫਿਰ ਇਸ ਮਹਾ ਜਾਲ ਵਿੱਚੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਵੱਡੇ ਵੱਡੇ ਮਹਾਬਲੀ ਵੀ ਇਸ ਜਾਲ ਵਿੱਚੋਂ ਨਹੀਂ ਨਿਕਲ ਸਕੇ। ਇਹ ਬਚਨ ਕਿਸ ਨੇ ਕਹੇ? ਜੋ ਦੌਲਤ ਖਾਨ ਸੀ। ਇਸ ਦਾ ਜਵਾਬ ਸਤਿਗੁਰ ਕੀ ਦਿੰਦੇ ਨੇ ਉਹ ਬੜਾ ਹੀ ਅਜੀਬੋ ਗਰੀਬ ਹੈ। ਅਸਲ ਵਿੱਚ ਇਸ ਸਾਰੇ ਗ੍ਰੰਥ ਵਿੱਚ, ਸਾਰੀ ਕਿਤਾਬਚੇ ਵਿੱਚ ਇੱਕੋ ਹੀ ਬੰਦਾ ਹੈ, ਉਹ ਹੈ ਕਵੀ ਸੰਤੋਖ ਸਿੰਘ। ਉਹੀ ਲਿਖਾਰੀ ਹੈ, ਉਹੀ ਰਾਈਟਰ ਹੈ, ਉਹੀ ਡਾਇਰੈਕਟਰ ਹੈ, ਉਹੀ ਸਾਰੇ ਪਾਤਰਾਂ ਨੂੰ ਕਿਹੜਾ ਰੋਲ ਦੇਣਾ ਉਹ ਕਵੀ ਸੰਤੋਖ ਸਿੰਘ ਦਾ ਹੀ ਕੰਮ ਹੈ। ਸਾਰਿਆਂ ਵਿੱਚ ਉਹ ਕਵੀ ਸੰਤੋਖ ਸਿੰਘ ਹੀ ਬੋਲਦਾ ਹੈ। ਤੇ ਕਵੀ ਸੰਤੋਖ ਸਿੰਘ ਦਾ ਮੁੱਖ ਜਿਹੜਾ ਕਾਰਜ ਹੈ ਉਹ ਹੈ ਗੁਰੂ ਨਾਨਕ ਪਾਤਸ਼ਾਹ ਦੀ ਸ਼ਖਸੀਅਤ ਨੂੰ ਮਲਿਆ ਮੇਟ ਕਰਨਾ, ਗੁਰੂ ਨਾਨਕ ਪਾਤਸ਼ਾਹ ਨੂੰ ਜਲੀਲ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਹਰ ਇੱਕ ਗੁਰਬਾਣੀ ਦੀ ਪੰਕਤੀ ਨੂੰ ਰੱਦ ਕਰਨਾ। ਔਰ ਰੱਦ ਕਰਨਾ ਵੀ ਗੁਰੂ ਨਾਨਕ ਪਾਤਸ਼ਾਹ ਦੇ ਆਪਣੇ ਮੁਖਾਰ ਬਿੰਦ ਵਿੱਚੋਂ ਹੈ। ਹੁਣ ਜਿਹੜੀ ਗੱਲ ਇਹ ਗੱਲਬਾਤ ਸੁਣ ਕੇ ਸ਼੍ਰੀ ਨਾਨਕ ਬੋਲੇ ਤਾਂ ਕਿ ਉਸ ਦੇ ਆਸ਼ੇ ਨੂੰ ਖੰਡਨ ਕਰ ਸਕਣ, ਕਿਉਂਕਿ ਨਵਾਬ ਦੌਲਤ ਖਾਨ ਦੇ ਆਸ਼ੇ ਨੂੰ ਉਹ ਕਹਿੰਦਾ ਨਾ ਵੀ ਵਿਆਹ ਤੋਂ ਬਾਅਦ ਸਾਰੇ ਹੀ ਬਦਲ ਜਾਂਦੇ ਨੇ,
ਉਹਦੇ ਆਸ਼ੇ ਨੂੰ ਖੰਡਨ ਕਰ ਸਕਣ। ਜਿਨ੍ਹਾਂ ਦਾ ਮਨ ਖੁਦਾ ਦੇ ਪ੍ਰੇਮ ਵਿੱਚ ਪੂਰਾ ਹੈ, ਉਹਨਾਂ ਦਾ ਮਨ ਦਿਨ ਰਾਤ ਕਦੇ ਵੀ ਖਾਲੀ ਨਹੀਂ ਹੁੰਦਾ। ਅੱਗੇ ਕੀ ਕਹਿੰਦੇ ਨੇ ਔਰਤ ਦੇ ਬਾਰੇ? ਗੁਰੂ ਨਾਨਕ ਪਾਤਸ਼ਾਹ ਦੇ ਮੁੱਖ ਵਿੱਚੋਂ ਇਹ ਕਵੀ ਔਰਤ ਦੇ ਬਾਰੇ ਕੀ ਕਢਵਾ ਰਿਹਾ ਹੈ। ਪਹਿਲਾਂ ਮੈਂ ਉਹ ਇਬਾਰਤ ਤੁਹਾਨੂੰ ਪੜ੍ਹ ਕੇ ਸੁਣਾਉਣਾ ਜਿਹੜੀ ਇਸ ਕਵੀ ਨੇ ਲਿਖੀ। ਤਿਨ ਕੇ ਮਨ ਕਿਆ ਨਾਰ ਮਲਿਨੀ ਭਾਵਤ, ਜੋ ਦੁਰਗੰਧੈ ਭੀਨੀ ਅਸਤ ਰਕਤ ਮਜ਼ਾ ਪਲ ਬਾਰਾ, ਕਰੇ ਪ੍ਰੀਤ ਜੋ ਬਿਨਾ ਵਿਚਾਰਾ। ਇਹਦੇ ਅਰਥ ਕੀ ਬਣਦੇ ਨੇ? ਅਸਲ ਵਿੱਚ ਬ੍ਰਿਜ ਭਾਸ਼ਾ ਲਿਖਣ ਹੋਣ ਕਰਕੇ 200 ਸਾਲ ਸਾਨੂੰ ਪਤਾ ਹੀ ਨਹੀਂ ਲੱਗਾ ਇਹ ਸਾਨੂੰ ਕਿਵੇਂ ਜ਼ਹਿਰ ਦੇ ਟੀਕੇ ਲਾ ਰਿਹਾ ਕਵੀ। ਇਸ ਦੇ ਅਰਥ ਇਹ ਬਣਦੇ ਨੇ, ਉਹਨਾਂ ਨੂੰ ਜਿਹੜੇ ਰੱਬ ਦੇ ਨਾਲ ਜੁੜੇ ਹੋਏ ਬੰਦੇ ਹੁੰਦੇ ਨਾ, ਉਹਨਾਂ ਨੂੰ ਦੁਰਗੰਧ ਭਰੀ ਔਰਤ ਜਿਹੜੀ ਹੈ ਉਹ ਦੁਰਗੰਧ ਨਾਲ ਭਰੀ ਹੋਈ। ਕੌਣ ਕਹਿ ਰਿਹਾ? ਕਵੀ ਦੇ ਅਨੁਸਾਰ ਗੁਰੂ ਨਾਨਕ ਪਾਤਸ਼ਾਹ। ਉਹਨਾਂ ਨੂੰ ਦੁਰਗੰਧ ਭਰੀ ਹੱਡ ਮਾਸ ਲਹੂ ਮਿੱਝ ਅਤੇ ਬਾਲਾਂ ਦੀ ਭਰੀ ਹੋਈ ਨਾਰ ਕਿਵੇਂ ਚੰਗੀ ਲੱਗ ਸਕਦੀ ਹੈ। ਜਿਹੜੇ ਇਸ ਨਾਰ ਨੂੰ ਪ੍ਰੀਤ ਕਰਦੇ ਹਨ ਉਹ ਵਿਚਾਰਹੀਣ ਹਨ। ਇਹ ਦੋ ਲਾਈਨਾਂ ਦੇ ਵਿੱਚ ਇਸ ਕਵੀ ਨੇ ਗੁਰੂ ਨਾਨਕ ਪਾਤਸ਼ਾਹ ਦੀ ਉਸ ਗੱਲ ਨੂੰ ਮੁੰਡੋ ਰੱਦ ਕਰ ਦਿੱਤਾ ਜਿਸ ਵਿੱਚ ਗੁਰੂ ਨਾਨਕ ਪਾਤਸ਼ਾਹ ਇਹ ਕਹਿੰਦੇ ਸਨ, ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਔਰਤ ਵਾਲੇ ਪੰਡ ਜੰਮੀ ਹੈ, ਪੰਡ ਮੰਗੀ ਹੈ, ਪੰਡੋ ਮੰਗਣ ਵਿਆਹ ਪੜ੍ਹਦੇ ਆ ਨਾ, ਉਹ ਸਾਰੀ ਜਿਹੜਾ ਸ਼ਬਦ ਹੈ ਆ ਸਾਰੀ ਵਾਰ ਵਿੱਚ ਨਿੱਤ ਪੜ੍ਹਦੇ ਆ, ਉਸ ਸਾਰੇ ਨੂੰ ਖੰਡਿਤ ਕਰ ਦਿੱਤਾ ਕਵੀ ਸੰਤੋਖ ਸਿੰਘ ਨੇ। ਖੰਡਿਤ ਕਰਵਾਇਆ ਕਿ ਉਹ ਗੁਰੂ ਨਾਨਕ ਪਾਤਸ਼ਾਹ ਐਂ ਕਹਿ ਰਹੇ ਔਰਤ ਦੇ ਬਾਰੇ ਕਿ ਇਹ ਤਾਂ ਹੱਡ ਮਾਸ ਮਿੱਝ ਤੇ ਵਾਲਾਂ ਦੀ ਦੁਰਗੰਧ ਨਾਲ ਭਰੀ ਹੋਈ ਔਰਤ ਹੈ। ਮਾਤਾ ਤ੍ਰਿਪਤਾ ਗੁਰੂ ਨਾਨਕ ਪਾਤਸ਼ਾਹ ਦੀ ਮਾਤਾ ਵੀ ਔਰਤ ਹੈ। ਬੇਬੇ ਨਾਨਕੀ ਗੁਰੂ ਨਾਨਕ ਪਾਤਸ਼ਾਹ ਦੀ ਭੈਣ ਵੀ ਔਰਤ ਹੈ। ਔਰ ਔਰਤ ਨਾਲ ਹੀ ਗੁਰੂ ਨਾਨਕ ਪਾਤਸ਼ਾਹ ਨੇ ਮਾਤਾ ਸੁਲੱਖਣੀ ਨਾਲ ਵਿਆਹ ਕਰਾਇਆ। ਕਮਾਲ ਦੀ ਗੱਲ ਨਹੀਂ? ਇਹ ਇਤਨਾ ਸ਼ਾਤਰ ਲਿਖਾਰੀ ਗੁਰੂ ਨਾਨਕ ਪਾਤਸ਼ਾਹ ਔਰਤ ਨੂੰ ਮਹਾਨ ਕਹਿ ਰਿਹਾ, ਇਹ ਇੱਥੇ ਔਰਤ ਨੂੰ ਨਖਿੱਧ ਨਿਕੰਮਾ ਸਰਿਆਂਡ ਨਾ ਭਰੀ ਹੋਈ ਦੱਸ ਰਿਹਾ। ਸਿੱਖੋ ਜੇ ਨਹੀਂ ਜਾਗਣਾ, ਸ਼ਰਮ ਤੋਂ ਹਮੇ ਆਤੀ ਨਹੀਂ। ਆਂਦੀ ਸ਼ਰਮ ਕਿਤੇ ਕਿ ਗੁਰੂ ਨਾਨਕ ਪਾਤਸ਼ਾਹ ਦੇ ਮੂੰਹ ਵਿੱਚ ਆਹ ਸ਼ਬਦ ਕਵੀ ਪਾ ਰਿਹਾ, ਪਰ ਸਾਨੂੰ ਤੇ ਸ਼ਰਮ ਮਹਿਸੂਸ ਹੀ ਨਹੀਂ ਹੁੰਦੀ। ਪਤਾ ਨਹੀਂ ਅਸੀਂ ਸਿੱਖ ਕਿਹੜੀ ਮਿੱਟੀ ਦੇ ਬਣੇ ਹੋਏ ਹਾਂ। ਇੱਕ ਇੱਕ ਤੁਕ ਨੂੰ ਇਹ ਕੱਟ ਰਿਹਾ। ਤੇ ਜੇ ਕੋਈ ਇਸ ਕਵੀ ਨੂੰ ਪੁੱਛਣ ਵਾਲਾ ਹੋਵੇ, ਜਿਹੜਾ ਬੰਦਾ ਇਹਦੇ ਵਿੱਚ ਮਿੱਝ ਨਹੀਂ, ਇਹਦੇ ਵਿੱਚ ਲਹੂ ਨੇ, ਇਹਦੇ ਵਿੱਚ ਹੱਡ ਜਾਂ ਚੰਮ ਨੇ, ਇਹਦੇ ਸਰੀਰ ਤੇ ਵਾਲ ਨੇ, ਕੀ ਕਹਿਣਾ ਚਾਹੁੰਦਾ? ਔਰ ਸਿੱਖਾਂ ਦੇ ਤਾਂ ਦੋਹਰੀ ਝੋਟ ਹੈ। ਸਿੱਖ ਤਾਂ ਕੇਸ ਦਾੜੀ ਵੀ ਰੱਖਦੇ ਨੇ, ਤਾਂ ਫਿਰ ਤਾਂ ਇਹ ਵੀ ਵਾਲਾਂ ਨਾਲ ਭਰੇ ਹੋਏ ਨੇ, ਇਹ ਵੀ ਨਿਕੰਮੇ ਹੋ ਗਏ ਸਾਰੇ। ਇਹ ਤਾਂ ਦੁਨੀਆ ਨਾਲੋਂ ਜ਼ਿਆਦਾ ਨਿਕੰਮੇ ਹੋਏ, ਦੁਨੀਆ ਨਾਲੋਂ ਜ਼ਿਆਦਾ ਭੈੜੇ ਹੋਏ ਇਸ ਲਿਖਤ ਅਨੁਸਾਰ। ਪਰ ਜਦ ਅਸੀਂ ਜਾਗਣਾ ਹੀ ਨਹੀਂ, ਜਦ ਅਸੀਂ ਸੁੱਤੇ ਹੀ ਰਹਿਣਾ, ਜਾਗਦੇ ਅੱਖਾਂ ਬੰਦ ਕਰੀ ਰੱਖਣੀਆਂ, ਫਿਰ ਸਾਡਾ ਕੋਈ ਕੀ ਕਰ ਸਕਦਾ ਹੈ? ਇਹ ਮੈਂ ਗੱਲ ਕਿਉਂ ਕਰ ਰਿਹਾ ਕਿ ਭਾਈ ਬਚ ਜਾਓ, ਜਾਗ ਜਾਵੋ। ਇਸ ਲਿਖਾਰੀ ਨੇ ਸਾਡਾ ਛੱਡਿਆ ਕੱਖ ਨਹੀਂ ਆ। ਅੱਗੇ ਜਿਹੜੀ ਆਪਾਂ ਗੱਲ ਕਰਨੀ ਆ ਕਿ ਜਦੋਂ ਲੇਖਾ ਹੋਇਆ ਤਾਂ 331 ਰੁਪਈਏ ਜਿਹੜੇ ਆ 321 ਰੁਪਈਏ ਵੱਧ ਨਿਕਲੇ। 321 ਦੇ ਨਾਲ ਫਿਰ ਨਵਾਬ ਦੌਲਤ ਖਾਨ ਨੇ 3000 ਰੁਪਈਆ ਹੋਰ ਦਿੱਤਾ ਵੀ ਹੋਰ ਸੌਦਾ ਸਮਾਨ ਲਿਆਓ ਤੇ
काम चलता रखो। पहली गल, बार बार क्यों नवाब दे भी कन्न कच्चे ने। वे पहला एक बार हिसाब किताब होया वाधू निकले, हुण फिर हिसाब किताब हो गया वाधू निकले, तीजी बार फिर हिसाब किताब। एक गल मैं होर कर देवां, ये जिहड़ा वाधू निकलण वाली कहानी बनाई ना, ये भी कोई चंगी नहीं, क्योंकि हिसाब किताब विच हिसाब किताब पूरा होवे वो बंदा खरा हुंदा। ਜਿਹੜੇ ਗੱਲੇ ਵਿੱਚੋਂ पैसे ਵੱਧ निकलन तो वो इल्ज़ाम लगदा कि इस बंदे ने घट तोलिया, इस बंदे ने वध पैसे लए आ, वाधू होर किते उत्तों आसमान तो थोड़ी डिगने आ। वो साडे प्रचारकां ने की बना लिया कि उदों जिहड़ी तनख्वाह आ राशन विच मिलदी सी, गुरु नानक पातशाह अपने हिस्से दा राशन लैंदे नहीं सी, इस कर हिसाब किताब 'च वाधा हो जाता। बई कहानियां कोलों क्यों बनाई जाते हो, ऐदां दा किते लिखिया ही नहीं। क्यों कहानियां कोलों बनाउंदे आ तुसीं? लिखे जिस एक ग्रंथ नूं मनदे हो कि कवि सच्चा सुच्चा ते महान है, कोलों कहानी बना के उसनूं सच्चा सिद्ध करने की कोशिश क्यों करदे हो? कहानी नूं मुੱਢੋਂ रद्द करना पैना भई इदां दी कोई गड़बड़ नहीं होई। गुरु नानक पातशाह ने 17-18 साल, क्योंकि 18 साल की उम्र च गुरु नानक पातशाह का विआह हो गया सी, उदों पहलां दे नौकरी कर रहे सी, 15-16 साल तो शुरू करती और 36-37 साल तक नौकरी की उन्होंने। तो कहने तो मतलब उन्होंने 20 साल के करीब नौकरी की उत्थे, और 20 साल तो बाद जिवें रिटायरमेंट लैके और अपने पैसे अपनियां तनख्वाह जमा करके अपने परिवार नूं बच्चों नूं दे के फिर वो सच का उपदेश करन गए सी। उन्हां नूं भुखे नंगे छड्ड के नहीं गए सी, जिवें इस लिखारी ने लिखिया है, वो अपने मिशन ते गए सी, घर दा परिवार दा पूरा प्रबंध करके गए सी। सो अगे असीं चलदे हां। अगे गुरु नानक पातशाह दे विआह दी गल शुरू होंदी है। विआह दे लई भी जदों रिश्ता करना सी ना, तां मूल चंद गुरु नानक मेहता कालू जी, गुरु नानक जी के पिता जी, वो ये कह रहे ने कि कोई अमीर घर देखो। अमीर घर देखने का मतलब जरूर है कि कोई दाज का लालच होएगा, नहीं तो कहना कि कोई चंगा रिश्ता देखो, चंगी लड़की का रिश्ता देखो। सो ये असी जिहड़ा विआह का अगे सबजैक्ट है वो असी अगली वीडियो में लवांगे। अज की वीडियो असी इत्थे समाप्त करते हैं। मैं कहना ये चाहुंदा है कि गुरु नानक पातशाह ने इस्त्री जाति नूं वडियाया सी, पर यह जिहड़ा लिखारी है इसने इस्त्री जाति नूं दे बारे गुरु नानक पातशाह दे मुख विचों ऐसे शब्द कढ़ा दिते जिन्हां नाल गुरु नानक पातशाह दे मिशन नूं पूरी तरह जड़ तो हिला के रख दिता। अज दी विचार इन्नी है, विचार करदिआं कई तरह दीआं भुल्लां गलतियां हो गईयां होणगीआं, माफ़ करना। वही बेनती जो मैं एक बार करदा, भाई जे ये विचार चंगी लगती है तो मेरे चैनल नूं सबसक्राइब करो, वीडियो नूं साझा करो, पसंद करो। आओ फतेह बुलाइए। वाहिगुरू जी का खालसा, वाहिगुरू जी की फतेह।